ਸੰਧੂ ਸਾਹਿਬ ਪਹਿਲਾਂ ਪੰਜਾਬ ਕਾਂਗਰਸ ਤੋਂ ਗੱਲ ਸ਼ੁਰੂ ਕਰ ਲੈਂਦੇ ਹਾਂ ਕਿ ਪੰਜਾਬ ਕਾਂਗਰਸ ਨੂੰ ਨਵਾਂ ਪ੍ਰਧਾਨ ਐਲਾਨ ਤਾਂ ਦਿੱਤਾ ਸੀ ਉਹਨਾਂ ਨੇ ਰਾਜਾ ਵੜਿੰਗ ਹੋਰਾਂ ਨੂੰ, ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਤੇ ਹੁਣ ਇਹਨਾਂ ਨੂੰ ਬਕਾਇਦਾ ਕਮਾਨ ਸੌਂਪ ਦਿੱਤੀ ਹੈ। ਕੁਝ ਗੱਲਾਂ ਵੀ ਕਹੀਆਂ ਹੋਣਗੀਆਂ ਇਹਨਾਂ ਨੇ ਜਾਂ ਚੁੱਪ-ਚੁਪੀਤੇ ਹੀ ਉਹ ਕਹੇ ਪੁਰਾਣੇ ਸ਼ਬਦਾਂ 'ਚ ਕਹਿੰਦੇ ਹੁੰਦੇ ਤਾਜਪੋਸ਼ੀ ਕਰਾ ਲਈ। ਜੀ ਇੱਦਾਂ ਹੀ ਗਿਆ ਹੈ ਕਿ ਉਹਨਾਂ ਦੇ ਸਿਰ ਤਾਜ ਸਜਿਆ ਅੱਜ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ। ਅੱਜ ਤਾਜਪੋਸ਼ੀ ਸਮਾਰੋਹ ਹੋਇਆ ਉਹਨਾਂ ਦਾ ਚੰਡੀਗੜ੍ਹ ਵਿੱਚ, ਪੰਜਾਬ ਕਾਂਗਰਸ ਭਵਨ ਦੇ ਵਿੱਚ। ਪਰ ਇਹ ਜਿਹੜਾ ਤਾਜ ਸਜਿਆ ਨਾ, ਇਹ ਮਤਲਬ ਇਸ ਵੇਲੇ ਕੋਈ ਬਹੁਤਾ ਸੁਖਾਵਾਂ ਤਾਜ ਨਹੀਂ ਲੱਗਦਾ, ਕੰਡਿਆਂ ਦਾ ਤਾਜ ਹੀ ਲੱਗਦਾ ਹੈ। ਉੱਥੇ ਜਿਹੜਾ ਸਮਾਗਮ ਹੋਇਆ ਉਹਦੇ ਵਿੱਚ ਵੀ ਇਸੇ ਤਰ੍ਹਾਂ ਦਾ ਜ਼ਾਹਰ ਹੋਇਆ, ਜਿਹੜੀਆਂ ਗੱਲਾਂ ਕੀਤੀਆਂ ਗਈਆਂ ਉਹਨਾਂ ਤੋਂ ਵੀ ਇਹੀ ਜ਼ਾਹਰ ਹੋਇਆ। ਜੋ ਪੰਜਾਬ ਕਾਂਗਰਸ ਦੇ ਹਾਲਾਤ ਹੁਣ ਬਣੇ ਹੋਏ ਨੇ ਜਾਂ 2 4 6 ਮਹੀਨੇ ਸਾਲ ਪਹਿਲਾਂ ਸੀ ਉਹ ਵੀ ਹਾਲਾਤ, ਬਲਕਿ ਪੰਜਾਬ ਕਾਂਗਰਸ ਦੇ ਹਾਲਾਤ ਵੀ ਅਤੇ ਪੂਰੇ ਦੇਸ਼ ਭਰ ਦੇ ਪੱਧਰ ਦੇ ਉੱਤੇ ਵੀ ਜਿਹੜੇ ਕਾਂਗਰਸ ਦੇ ਹਾਲਾਤ ਨੇ ਸਾਰਿਆਂ ਦੇ ਵਿੱਚ ਲੱਗਦਾ ਕੋਈ ਬਹੁਤ ਅੱਛੀ ਗੱਲ ਨਹੀਂ ਹੈ, ਕੋਈ ਸੁਖਾਵੀਂ ਗੱਲ ਨਹੀਂ ਹੈ। ਅਤੇ ਪਰ ਆਪਾਂ ਪੰਜਾਬ ਦੀ ਹੀ ਗੱਲ ਕਰਦੇ ਹਾਂ ਕਿ ਪੰਜਾਬ ਦੀ ਟੀਮ ਨੂੰ, ਪਰ ਜਿਹੜਾ ਪ੍ਰਧਾਨ ਹੈ ਉਹਨੂੰ ਪੰਜਾਬ ਦੀ ਟੀਮ ਨੂੰ, ਪੰਜਾਬ ਦੇ ਸਾਰੇ ਵਰਕਰਾਂ ਨੂੰ, ਪੰਜਾਬ ਦੇ ਅਹੁਦੇਦਾਰਾਂ ਨੂੰ ਨਾਲ ਲੈ ਕੇ ਚੱਲਣਾ ਹੁੰਦਾ ਹੈ। ਅੱਜ ਜਦੋਂ ਉਹਨਾਂ ਦੀ ਤਾਜਪੋਸ਼ੀ ਹੋਈ ਹੈ ਤਾਂ ਉਹਦੇ ਵਿੱਚ ਜਿਹੜੇ ਪਿਛਲੇ 2 ਸਾਬਕਾ ਪ੍ਰਧਾਨ ਸੀ ਪੰਜਾਬ ਕਾਂਗਰਸ ਦੇ, ਜਿਨ੍ਹਾਂ ਦੇ ਵਿੱਚੋਂ ਇੱਕ ਸੁਨੀਲ ਜਾਖੜ ਸੀ, ਉਹ ਆਏ ਹੀ ਨਹੀਂ। ਨਵਜੋਤ ਸਿੱਧੂ ਆਏ ਪਰ ਉਹਨਾਂ ਨੂੰ ਵੀ ਆਪਾਂ ਆਇਆਂ ਬਰਾਬਰ ਨਹੀਂ ਕਹਿ ਸਕਦੇ, ਕਿਉਂਕਿ ਜਿਸ ਢੰਗ ਦੇ ਨਾਲ ਉਹ ਆਪਣੀ ਮੌਜੂਦਗੀ ਦਰਜ ਕਰਾਉਂਦੇ ਹੁੰਦੇ ਆ ਉਸ ਢੰਗ ਨਾਲ ਉਹਨਾਂ ਦੀ ਮੌਜੂਦਗੀ ਦਰਜ ਨਹੀਂ ਹੋਈ। ਹਾਲਾਂਕਿ ਉਹ ਕੁਝ ਹਮਾਇਤੀਆਂ ਦੇ ਨਾਲ ਆਪਣੇ ਆਏ ਆ ਉੱਥੇ। ਰਾਜਾ ਵੜਿੰਗ ਨੇ ਆਪਣਾ ਅਹੁਦਾ ਸੰਭਾਲਿਆ, ਉਹਨਾਂ ਦੇ ਨਾਲ ਇੱਕ ਵਰਕਿੰਗ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਜੀ ਬਣਾਏ ਗਏ ਨੇ, ਜਦੋਂ ਕਿ ਨਵਜੋਤ ਸਿੱਧੂ ਦੇ ਨਾਲ 4 ਵਰਕਿੰਗ ਪ੍ਰਧਾਨ ਬਣਾਏ ਗਏ ਸੀ, ਇਹਨਾਂ ਨਾਲ ਇੱਕ ਬਣਾਇਆ ਗਿਆ ਹੈ। ਉਹਨਾਂ ਨੇ ਵੀ ਅਹੁਦਾ ਸੰਭਾਲਿਆ। ਔਰ ਜੋ ਗੱਲਾਂ ਕੀਤੀਆਂ ਰਾਜਾ ਵੜਿੰਗ ਨੇ, ਉਹਨਾਂ ਗੱਲਾਂ ਦੇ ਵਿੱਚ ਵੀ ਇੱਦਾਂ ਦੇ ਇਸ਼ਾਰੇ ਨਿਕਲਦੇ ਆ। ਉਹਨਾਂ ਨੇ ਪਹਿਲੀ ਗੱਲ ਇਹ ਕੀਤੀ ਹੈ ਕਿ ਇੱਥੇ ਅਨੁਸ਼ਾਸਨ ਕਾਇਮ ਕੀਤਾ ਜਾਏਗਾ। ਕੋਈ ਵੀ ਪਾਰਟੀ ਹੋਵੇ, ਕੋਈ ਵੀ ਕਾਰੋਬਾਰ ਹੋਵੇ, ਉਹ ਜੇ ਉੱਥੇ ਅਨੁਸ਼ਾਸਨ ਨਹੀਂ ਹੈ ਤਾਂ ਉਹ ਅੱਗੇ ਨਹੀਂ ਵੱਧ ਸਕਦਾ। ਨਾ ਕਾਰੋਬਾਰ ਅੱਗੇ ਵੱਧ ਸਕਦਾ, ਨਾ ਪਾਰਟੀ ਅੱਗੇ ਵੱਧ ਸਕਦੀ ਹੈ। ਅਜਿਹਾ ਸੰਕੇਤ ਦਿੱਤਾ, ਬਲਕਿ ਸਪਸ਼ਟ ਕਿਹਾ ਹੀ ਹੈ ਰਾਜਾ ਵੜਿੰਗ ਨੇ। ਹੁਣ ਉਹਨਾਂ ਨੂੰ ਇਹ ਗੱਲ ਕਹਿਣ ਦੀ ਮੇਰਾ ਖਿਆਲ ਲੋੜ ਨਹੀਂ ਹੈ ਕਿ ਇਸ ਤੋਂ ਪਹਿਲਾਂ ਇਹਦਾ ਮਤਲਬ ਅਨੁਸ਼ਾਸਨ ਨਹੀਂ ਪੰਜਾਬ ਕਾਂਗਰਸ ਦੇ ਵਿੱਚ। ਅਤੇ ਜੇ ਅਨੁਸ਼ਾਸਨ ਨਹੀਂ ਹੈ ਤਾਂ ਉਹ ਅਨੁਸ਼ਾਸਨ ਕਿਸ ਨੇ ਭੰਗ ਕੀਤਾ ਹੈ ਜਾਂ ਉਹ ਅਨੁਸ਼ਾਸਨ ਕਿਵੇਂ ਭੰਗ ਹੋਇਆ, ਉਹਦੇ ਲਈ ਕੌਣ ਕੌਣ ਲੋਕ ਜ਼ਿੰਮੇਵਾਰ ਨੇ, ਉਹਨਾਂ ਸਾਰਿਆਂ ਨੂੰ ਇਹਦਾ ਮਤਲਬ ਹੈ ਇਹਨਾਂ ਨੂੰ ਨਜਿੱਠਣਾ ਪਏਗਾ, ਸੰਭਾਲਣਾ ਪਏਗਾ। ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਨੁਸ਼ਾਸਨਹੀਣਤਾ ਜਿਹੜੀ ਹੈ ਉਹ ਬਿਲਕੁਲ ਬਰਦਾਸ਼ਤ ਨਹੀਂ ਹੋਵੇਗੀ। ਦੂਜੀ ਗੱਲ ਜਿਹੜੀ ਉਹਨਾਂ ਨੇ ਉਹ ਕਹੀ ਹੈ ਕਿ ਉਹਨਾਂ ਨੇ ਕਿਹਾ ਵੀ ਇੱਥੇ ਮਨਮਰਜ਼ੀ ਨਾਲ ਕੰਮ ਨਹੀਂ ਹੋਵੇਗਾ, ਕਿ ਕੋਈ ਪ੍ਰਧਾਨ ਜਿਹੜਾ ਹੈ ਉਹ ਆਪਣੀ ਮਨਮਰਜ਼ੀ ਨਾਲ ਕੰਮ ਕਰੇ। ਇਹਦਾ ਮਤਲਬ ਇਹ ਹੈ ਕਿ ਇਸ ਤੋਂ ਪਹਿਲਾਂ ਪ੍ਰਧਾਨ ਮਨਮਰਜ਼ੀ ਨਾਲ ਕੰਮ ਕਰਦੇ ਰਹੇ ਨੇ, ਅਤੇ ਜੇ ਹੁਣ ਪ੍ਰਧਾਨ ਜਿਹੜੇ ਬਣੇ ਨੇ ਉਹ ਮਨਮਰਜ਼ੀ ਨਾਲ ਕੰਮ ਨਹੀਂ ਕਰਨਗੇ, ਉਹ ਜਿੰਨੇ ਵੀ ਫੈਸਲੇ ਕਰਨਗੇ ਉਹ ਸਾਰਿਆਂ ਦੀ ਸਲਾਹ ਨਾਲ ਜਾਂ ਸਾਰਿਆਂ ਨੂੰ ਭਰੋਸੇ ਵਿੱਚ ਲੈ ਕੇ ਕਰਨਗੇ। ਅਤੇ ਮੇਰਾ ਖਿਆਲ ਨਹੀਂ ਹੈ ਕਿ ਜੋ ਸਾਰਿਆਂ ਨੂੰ ਭਰੋਸੇ ਵਿੱਚ ਲੈ ਕੇ ਕੰਮ ਕਰਨਗੇ ਤਾਂ ਉਹਨਾਂ ਦੇ ਉਹ ਕੰਮ ਸਿਰੇ ਚੜ੍ਹ ਜਾਣ, ਉਹ ਕੰਮ ਸਿਰੇ ਨਹੀਂ ਚੜ੍ਹ ਸਕਦੇ। ਇਸ ਕਰਕੇ ਇਹ ਗੱਲ ਜਿਹੜੀ ਹੈ ਉਹਨਾਂ ਦੀ ਇਹ ਵੀ ਥੋੜ੍ਹੀ ਜਿਹੀ ਭੰਬਲ ਭੂਸੇ ਪਾਉਣ ਵਾਲੀ ਹੈ, ਭਰਮ ਦੇ ਵਿੱਚ ਪਾਉਣ ਵਾਲੀ ਹੈ ਕਿ ਇਹਦਾ ਕੀ ਹੋਏਗਾ। ਕਾਰਜਕਾਰੀ ਪ੍ਰਧਾਨ ਨੇ ਵੀ ਇਹੋ ਹੀ ਸੋਚ ਅਡੋਪਟ ਕੀਤੀ ਹੈ, ਕਿਉਂਕਿ ਉਹ ਬੜੇ ਖਾਸ ਨੇ ਰਾਜਾ ਵੜਿੰਗ ਦੇ ਜਿਹੜੇ ਵਰਕਿੰਗ ਪ੍ਰਧਾਨ ਬਣੇ ਨੇ ਆਸ਼ੂ ਜੀ। ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਵਿਅਕਤੀਗਤ ਬਰਾਂਡਿੰਗ ਨਹੀਂ ਚੱਲੇਗੀ। ਵਿਅਕਤੀਗਤ ਬਰਾਂਡਿੰਗ ਮਤਲਬ ਆਪਣੇ ਆਪ ਨੂੰ ਮਹਿਮਾ ਮੰਡਤ ਕਰਨਾ, ਆਪਣੇ ਆਪ ਨੂੰ ਵਡਿਆਉਣਾ, ਇਹ ਨਹੀਂ ਚੱਲੇਗਾ। ਪਾਰਟੀ ਨੂੰ ਨਾਲ ਲੈ ਕੇ ਚੱਲਣਾ ਪਵੇਗਾ। ਜਿੰਨੀ ਕੁ ਮੌਜੂਦਗੀ ਉੱਥੇ ਨਵਜੋਤ ਸਿੱਧੂ ਨੇ ਦਰਜ ਕਰਵਾਈ ਹੈ, ਉਹਨਾਂ ਨੇ ਬੜੀ ਸਪਸ਼ਟ ਗੱਲ ਕੀਤੀ ਹੈ ਕਿ ਮਾਫੀਆ ਦੇ ਕਾਰਨ ਪਿਛਲੀਆਂ ਚੋਣਾਂ ਦੇ ਵਿੱਚ ਕਾਂਗਰਸ ਹਾਰੀ ਹੈ, ਔਰ ਜਿਹੜੀ ਕਾਂਗਰਸ ਹੈ ਇਹਨੂੰ ਸਾਰਾ ਕੁਛ ਨਵੇਂ ਸਿਰੇ ਤੋਂ ਇਹਨੂੰ ਸੁਰਜੀਤ ਕਰਨਾ ਪਵੇਗਾ। ਇਹ ਆਪਣੀ ਪਾਰਟੀ ਵੀ ਹੋਂਦ ਦੀ ਲੜਾਈ ਲੜ ਰਹੀ ਹੈ, ਅਤੇ ਇਹ ਪੰਜਾਬ ਦੀ ਹੋਂਦ ਦੀ ਲੜਾਈ ਵੀ ਹੈ। ਜਿਹੜਾ ਮਾਫੀਆ ਰਾਜ ਹੈ ਉਹ ਪੰਜਾਬ ਦੀ ਹੋਂਦ ਦੀ ਲੜਾਈ ਹੈ। ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਅਹੁਦੇ ਵਾਸਤੇ ਨਹੀਂ ਖੜ੍ਹੇ ਇੱਥੇ, ਨਾ ਕਿਸੇ ਅਹੁਦੇ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਭਾਵੇਂ ਕੋਈ ਕਰ ਵੀ ਰਿਹਾ ਹੋਵੇ, ਪਰ ਮੂੰਹ ਤੋਂ ਇਹੀ ਕਹਿਣਾ ਪੈਂਦਾ ਮੈਨੂੰ ਕਿਸੇ ਅਹੁਦੇ ਦਾ ਲਾਲਚ ਨਹੀਂ, ਮੈਂ ਕਿਸੇ ਅਹੁਦੇ ਦੀ ਪਰਵਾਹ ਨਹੀਂ ਕਰਦਾ, ਸਾਨੂੰ ਤਾਂ ਪੰਜਾਬ ਚਾਹੀਦਾ ਹੈ। ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਜਦੋਂ ਪੰਜਾਬ 'ਚੋਂ ਮਾਫੀਆ ਰਾਜ ਖਤਮ ਹੋ ਜਾਵੇਗਾ ਤਾਂ ਉਸ ਦਿਨ ਅਸੀਂ ਦੇਖਾਂਗੇ ਕਿ ਇਹ ਸੂਬਾ ਜਿਹੜਾ ਹੈ ਇਹ ਫਿਰ ਆਪਣੇ ਪੈਰਾਂ ਸਿਰ ਖੜ੍ਹਾ ਹੋ ਗਿਆ। ਹੁਣ ਰਾਹੁਲ ਗਾਂਧੀ ਜਿਹੜੇ ਨੇ ਉਹ
ਵੀ ਉਹਨਾਂ ਦੀ ਵੀ ਬੜੀ ਪੂਰੀ ਕਿਰਪਾ ਹੈ ਰਾਜਾ ਵੜਿੰਗ ਦੇ ਉੱਤੇ। ਜੇ ਇਹ ਕਿਰਪਾ ਨਾ ਹੁੰਦੀ ਤਾਂ ਸ਼ਾਇਦ ਉਹਨਾਂ ਨੂੰ ਪ੍ਰਧਾਨਗੀ ਨਾ ਮਿਲਦੀ। ਦੂਜੀ ਗੱਲ ਇਹ ਵੀ ਹੈ ਕਿ ਉਹ ਪਿਛਲੀਆਂ 2-3 ਚੋਣਾਂ ਦੇ ਵਿੱਚ ਲਗਾਤਾਰ ਜਿੱਤੇ ਨੇ। ਇਸ ਵਾਰੀ ਜਦੋਂ ਕਿ ਕਾਂਗਰਸ ਦਾ ਪੂਰਾ ਵਿਰੋਧ ਹੋ ਰਿਹਾ ਸੀ ਪੰਜਾਬ ਦੇ ਵਿੱਚ, ਅਕਾਲੀ ਦਲ ਦਾ ਵਿਰੋਧ ਹੋ ਰਿਹਾ ਸੀ, ਭਾਜਪਾ ਦਾ ਵਿਰੋਧ ਹੋ ਰਿਹਾ ਸੀ, ਆਮ ਆਦਮੀ ਪਾਰਟੀ ਨੂੰ ਹੁੰਗਾਰਾ ਮਿਲ ਰਿਹਾ ਸੀ, ਇਸ ਦੌਰ ਦੇ ਵਿੱਚ ਵੀ ਉਹਨਾਂ ਨੇ ਆਪਣੀ ਸੀਟ ਕੱਢ ਲਈ ਹੈ। ਉਹ ਆਪਣੀ ਸੀਟ ਜਿੱਤ ਗਏ ਨੇ। ਸਿਰਫ ਇੱਕ ਵਾਰੀ ਜਦੋਂ ਉਹਨਾਂ ਨੇ ਸੰਸਦ ਮੈਂਬਰ ਦੀ ਚੋਣ ਲੜੀ ਸੀ ਉਦੋਂ ਜ਼ਰੂਰ ਉਹ ਹਰਸਿਮਰਤ ਕੋਲੋਂ ਹਾਰੇ ਸੀ, ਨਹੀਂ ਤਾਂ ਹੁਣ ਤੱਕ ਉਹਨਾਂ ਨੇ ਤਕਰੀਬਨ ਜਿਹੜੀ ਹੈ ਸਾਰੀਆਂ ਚੋਣਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਪਰ ਚੋਣਾਂ ਵਿੱਚ ਜਿੱਤ ਪ੍ਰਾਪਤ ਕਰ ਲੈਣਾ ਅਤੀਤ ਦੇ ਵਿੱਚ, ਅਤੇ ਇਸ ਮੌਕੇ 'ਤੇ ਪਾਰਟੀ ਨੂੰ ਸੰਭਾਲਣਾ, ਪਾਰਟੀ ਦੀ ਜੋ ਹਾਲਤ ਇਸ ਵੇਲੇ ਬਣੀ ਹੋਈ ਹੈ ਉਹਨੂੰ ਪੈਰਾਂ ਸਿਰ ਖੜ੍ਹਾ ਕਰਨਾ, ਔਰ ਸੂਬੇ ਦੇ ਵਿੱਚ ਉਹਨੂੰ ਫਿਰ ਅਗਲੀਆਂ ਚੋਣਾਂ ਜਿਹੜੀਆਂ ਨੇ 1 ਸਾਲ ਬਾਅਦ ਹੀ 24 ਦੇ ਵਿੱਚ ਇੱਥੇ ਆ ਰਹੀਆਂ ਨੇ ਪਾਰਲੀਮੈਂਟ ਦੀਆਂ ਚੋਣਾਂ, ਉਹਨਾਂ ਦੇ ਵਾਸਤੇ ਤਿਆਰ ਕਰਨਾ, ਇਹ ਸਾਰਾ ਕੰਮ ਜਿਹੜਾ ਹੈ ਇਹ ਉਹਨਾਂ ਨੂੰ ਕਾਫੀ ਉਹਨਾਂ ਵਾਸਤੇ ਔਖਾ ਹੋਏਗਾ, ਕਿਉਂਕਿ ਬਹੁਤ ਸੌਖਾ ਨਹੀਂ ਹੈ। ਚੁਣੌਤੀਆਂ ਦੇ ਨਾਲ ਕਾਂਗਰਸ ਇਸ ਵੇਲੇ ਜੂਝ ਰਹੀ ਹੈ, ਪਰੇਸ਼ਾਨੀਆਂ ਦੇ ਨਾਲ ਜੂਝ ਰਹੀ ਹੈ। ਵਰਕਰ ਜਿਹੜੇ ਉਹਨਾਂ ਦੇ ਉਹ ਮਾਯੂਸ ਨੇ, ਔਰ ਸਾਰੇ ਇਹ ਦੋਸ਼ ਲਾ ਰਹੇ ਨੇ ਕਿ ਨਵਜੋਤ ਸਿੱਧੂ ਜਿਹੜੇ ਨੇ ਉਹ ਇੱਕ ਪੈਰਲਲ ਕਾਂਗਰਸ ਚਲਾ ਰਹੇ ਨੇ। ਅੱਜ ਦੇ ਸਮਾਗਮ ਵਿੱਚ ਇਸ ਬਾਰੇ ਸਿੱਧਾ ਡਾਇਰੈਕਟ ਹੀ ਇਸ਼ਾਰਾ ਕੀਤਾ ਗਿਆ ਕਿ ਕਿਸੇ ਨੂੰ ਆਪਣੇ ਆਪ ਦੀ ਬ੍ਰਾਂਡਿੰਗ ਕਰਨ ਨਹੀਂ ਦਿੱਤੀ ਜਾਏਗੀ, ਕਿਸੇ ਨੂੰ ਮਤਲਬ ਅਨੁਸ਼ਾਸਨ ਜਿਹੜਾ ਹੈ ਉਹ ਭੰਗ ਨਹੀਂ ਕਰਨ ਦਿੱਤਾ ਜਾਵੇਗਾ। ਇਹ ਸਾਰੀਆਂ, ਇਸ ਤੋਂ ਬਾਵਜੂਦ ਵੀ ਕਈ ਜਿਹੜੇ ਵੱਡੇ ਲੀਡਰ ਨੇ ਉਹ ਉੱਥੇ ਨਹੀਂ ਆਏ, ਉਹ ਕਿਨਾਰਾ ਕਰਕੇ ਬੈਠੇ ਨੇ ਪਾਰਟੀ ਤੋਂ। ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਨਾਲ ਲੈ ਕੇ ਚੱਲਣਾ, ਇਸ ਕਰਕੇ ਆਪਾਂ ਕਹਿ ਰਹੇ ਹਾਂ ਕਿ ਇਹ ਜਿਹੜਾ ਤਾਜ ਹੈ ਇਹ ਕੋਈ ਫੁੱਲਾਂ ਦਾ ਤਾਜ ਨਹੀਂ, ਕੰਡਿਆਂ ਦਾ ਤਾਜ ਹੈ, ਜਿਹਦੇ ਨਾਲ ਉਹਨਾਂ ਨੂੰ ਰਾਜਾ ਵੜਿੰਗ ਨੂੰ ਪੈਰ ਦੇ ਉੱਤੇ ਜੂਝਣਾ ਪਵੇਗਾ। ਅਤੇ ਫਿਰ ਪੰਜਾਬ ਦੇ ਹਾਲਾਤ ਜਿਹੜੇ ਨੇ ਉਹਨਾਂ ਦੇ ਨਾਲ ਵੀ ਜੂਝਣਾ ਪਵੇਗਾ। ਪੰਜਾਬ ਵਿੱਚ ਸਰਕਾਰ ਜੋ ਕੰਮ ਕਰ ਰਹੀ ਹੈ ਉਸ ਵੇਲੇ ਵੀ, ਕਿਉਂਕਿ ਕਾਂਗਰਸ ਜਿਹੜੀ ਹੈ ਇਹ ਵਿਰੋਧੀ ਧਿਰ ਦੀ ਭੂਮਿਕਾ ਦੇ ਵਿੱਚ ਥੋੜ੍ਹੀ ਹੈ ਜਾਂ ਬਹੁਤੀ ਹੈ, ਕਾਂਗਰਸ ਹੀ ਹੈ। ਜੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਕੋਈ ਨੁਕਤਾਚੀਨੀ ਕਰਨੀ ਹੈ, ਕਿਤੇ ਉਂਗਲ ਰੱਖਣੀ ਹੈ, ਕੋਈ ਉਹਦੇ 'ਚ ਗੁਣ ਦੋਸ਼ ਕੱਢਣਾ ਹੈ, ਅਤੇ ਉਹ ਵੀ ਜ਼ਿੰਮੇਵਾਰੀ ਵੱਡੀ ਜਿਹੜੀ ਹੈ ਉਹ ਕਾਂਗਰਸ ਦੀ ਹੀ ਬਣਦੀ ਹੈ। ਬਾਕੀ ਦੇ ਤਾਂ ਕੋਈ MLA ਜਿਹੜੇ ਨੇ ਉਹਨਾਂ ਦੀ ਬਹੁਤ ਜ਼ਿਆਦਾ ਮੌਜੂਦਗੀ ਨਹੀਂ। ਹਾਲਾਂਕਿ ਕੋਈ ਵੀ ਮੈਂਬਰ ਜਿਹੜਾ ਹੈ ਉਹ ਇਹ ਸਵਾਲ ਉਠਾ ਸਕਦਾ ਹੈ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ, ਪਰ ਕਿਉਂਕਿ ਇਹਨਾਂ ਦੇ ਨਾਲ MLA ਜ਼ਿਆਦਾ ਨੇ, 17-18 MLA ਨੇ ਇਹਨਾਂ ਦੇ ਨਾਲ, ਇਸ ਕਰਕੇ ਇਹਨਾਂ ਦੀ ਜ਼ਿੰਮੇਵਾਰੀ ਜਿਹੜੀ ਵੱਡੀ ਬਣਦੀ ਹੈ। ਸੋ ਪਾਰਟੀ ਪੱਧਰ ਦੇ ਉੱਤੇ, ਸਰਕਾਰ ਦੇ ਪੱਧਰ ਦੇ ਉੱਤੇ ਅਤੇ ਲੋਕਾਂ ਦੇ ਪੱਧਰ ਦੇ ਉੱਤੇ, ਤਿੰਨਾਂ ਮੁਹਾਜ਼ ਦੇ ਉੱਤੇ ਪਾਰਟੀ ਨੂੰ ਲੜਾਈ ਲੜਨੀ ਪਵੇਗੀ। ਅਤੇ ਇਹ ਉਹਨਾਂ ਦਾ ਸਫ਼ਰ ਜਿਹੜਾ ਹੈ ਉਹ ਅੱਜ ਸ਼ੁਰੂ ਹੋ ਗਿਆ ਹੈ ਸਹੁੰ ਚੁਕਾਈ ਦੇ ਨਾਲ ਹੀ, ਅਤੇ ਕੱਲ੍ਹ ਤੋਂ ਉਹਨਾਂ ਦੇ ਨਤੀਜੇ ਜਿਹੜੇ ਨੇ ਉਹ ਸਾਹਮਣੇ ਆਉਣ ਲੱਗਣਗੇ। ਹਾਂਜੀ ਸੰਧੂ ਸਾਹਿਬ, ਅੱਗੇ ਤਾਂ ਕਾਂਗਰਸ ਦੇ ਪ੍ਰਧਾਨ ਕਹਿੰਦੇ ਸੀ, ਹੁਣ ਆਪਾਂ ਕਾਂਗਰਸ ਦੇ ਵੱਡੇ ਨਾਮਲੇਵਾ ਪੰਜਾਬ ਦੇ ਆਗੂ ਦੇ ਤੌਰ ਤੇ ਕਹੀਏ ਜਾਂ ਕੀ ਕਹੀਏ, ਨਵਜੋਤ ਸਿੰਘ ਸਿੱਧੂ, ਵੈਸੇ ਨਾਮ ਹੀ ਕਾਫੀ ਹੈ ਖੈਤਾਨ ਕੀ ਤਰ੍ਹਾਂ, ਤੇ ਨਵਜੋਤ ਸਿੰਘ ਸਿੱਧੂ ਵੱਲੋਂ ਆਮ ਆਦਮੀ ਪਾਰਟੀ ਦੇ ਉੱਤੇ ਹਮਲਾ ਲਗਾਤਾਰ ਜਾਰੀ ਹੈ। ਦਿੱਲੀ ਵਿੱਚ ਕਿਸਾਨਾਂ ਨੂੰ 1 ਕਰੋੜ ਰੁਪਇਆ ਮੁਆਵਜ਼ਾ ਦਿੱਤੇ ਜਾਣ ਦੀ ਗੱਲ ਕਰਦੇ ਨੇ, ਤੇ ਪੰਜਾਬ 'ਚ ਪੁੱਛਦੇ ਵੀ ਨਹੀਂ। ਕਹਿੰਦੇ ਦਿੱਲੀ ਦੇ ਕਿਸਾਨ, ਤੇ ਦਿੱਲੀ 'ਚ ਕਿਹੜੀ ਕਿਸਾਨੀਆਂ ਜਿਹਨੂੰ 1 ਕਰੋੜ ਦੇਣਾ, ਤੇ ਪੰਜਾਬ ਵਾਲੇ ਕਿਹੜੇ ਜਿਨ੍ਹਾਂ ਨੂੰ ਪੁੱਛਿਆ ਵੀ ਨਹੀਂ ਜਾਂਦਾ। ਨਵਜੋਤ ਸਿੰਘ ਸਿੱਧੂ ਕੀ ਕਹਿਣਾ ਚਾਹੁੰਦੇ ਨੇ? ਸ਼ਾਇਦ ਆਮ ਆਦਮੀ ਪਾਰਟੀ ਨੇ ਵੀ ਇਹ ਗੱਲ ਸੋਚ ਕੇ ਕਹਿ ਦਿੱਤੀ ਹੋਣੀ ਹੈ ਵੀ ਇੱਥੇ ਕੋਈ ਬਹੁਤ ਵੱਡੀ ਕਿਸਾਨੀ ਤਾਂ ਹੈ ਨਹੀਂ, ਨਾ ਕੋਈ ਇੱਦਾਂ ਦੀ ਸਥਿਤੀ ਜਿਹੜੀ ਹੈ ਸਾਨੂੰ ਵਾਰ-ਵਾਰ ਸਾਹਮਣੇ ਆਉਣੀ ਹੈ ਜਿਸ ਤਰ੍ਹਾਂ ਦੀ ਸਥਿਤੀ ਪੰਜਾਬ ਦੇ ਵਿੱਚ ਹੈ, ਕਿ ਇੱਥੇ ਲਗਾਤਾਰ ਕਿਸਾਨ ਜਿਹੜੇ ਨੇ ਕਰਜ਼ਿਆਂ 'ਚ ਡੁੱਬੇ ਔਰ ਆਪਣੀਆਂ ਸਮੱਸਿਆਵਾਂ ਕਾਰਨ ਖੁਦਕੁਸ਼ੀਆਂ ਕਰ ਰਹੇ ਨੇ। ਆਪਾਂ ਕੱਲ੍ਹ ਪਰਸੋਂ ਵੀ ਖਬਰ ਕੀਤੀ ਸੀ ਕਿ 2 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ, ਇਸ ਕਰਕੇ ਕਿ ਕਣਕ ਦਾ ਝਾੜ ਜਿਹੜਾ ਉਹ ਘੱਟ ਨਿਕਲਿਆ, ਅਤੇ ਉਹਨਾਂ ਦੇ ਸਿਰ 'ਤੇ ਕਰਜ਼ਾ ਉਹ ਲਾਹ ਨਹੀਂ ਸਕਣਗੇ। ਨਾ ਕਰਜ਼ਾ ਲੈਣਾ, ਨਾ ਰੋਟੀ ਚੱਲਣੀ ਹੈ, ਨਾ ਘਰ ਪਰਿਵਾਰ ਚੱਲਣਾ ਹੈ, ਅਤੇ ਉਹਨਾਂ ਕੋਲ ਖੁਦਕੁਸ਼ੀ ਤੋਂ ਇਲਾਵਾ ਕੋਈ ਰਸਤਾ ਨਹੀਂ ਹੈ। ਕਿਸੇ ਸਰਕਾਰ ਵਾਸਤੇ ਸਭ ਤੋਂ ਮੰਦਭਾਗੀ ਗੱਲ ਇਹੀ ਹੁੰਦੀ ਹੈ ਕਿ ਉਹਦੇ ਰਾਜ ਦੇ ਵਿੱਚ ਜਿਹੜੀ ਪ੍ਰਜਾ ਹੈ, ਰਿਆਇਆ ਹੈ, ਉਹ ਸੁਖੀ ਢੰਗ ਨਾਲ ਨਹੀਂ ਵਸ ਰਹੀ, ਔਰ ਸੁਖੀ ਢੰਗ ਨਾਲ ਉਹ ਉਦੋਂ ਹੀ ਵਸੇਗੀ ਜਦੋਂ ਉਹਨਾਂ ਦੀ ਰੋਟੀ ਪੂਰੀ ਹੁੰਦੀ ਹੋਵੇਗੀ। ਜੇ ਉਹਨਾਂ ਦੀ ਰੋਟੀ ਪੂਰੀ ਨਹੀਂ ਹੁੰਦੀ ਅਤੇ ਫਿਰ ਉਹਨਾਂ ਵਾਸਤੇ ਦਿੱਕਤ ਆਵੇਗੀ। ਉਹ ਭਾਵੇਂ ਕੋਈ ਵੀ ਦੇਸ਼ ਹੋਏ, ਜਿਹੜਾ ਮਰਜ਼ੀ ਹੋਏ, ਚਾਹੇ ਉਹ ਭਾਰਤ ਹੋਵੇ, ਚਾਹੇ ਅਮਰੀਕਾ, ਚਾਹੇ ਕੈਨੇਡਾ, ਚਾਹੇ ਬੰਗਲਾਦੇਸ਼, ਚਾਹੇ ਪਾਕਿਸਤਾਨ, ਜਿੱਥੇ ਦੇ ਲੋਕਾਂ ਦੇ ਕੋਲ ਰੋਟੀ ਨਹੀਂ ਹੈ, ਜਿੱਥੇ ਦੇ ਲੋਕਾਂ ਕੋਲ ਸੁਖੀ ਵਸਣ ਦੇ ਵਸੀਲੇ ਨਹੀਂ, ਵਸੇਬਾ ਨਹੀਂ ਹੋ ਰਿਹਾ, ਉਹਨਾਂ ਲਈ ਮੁਸ਼ਕਿਲ ਹੈ। ਅਤੇ ਉੱਥੋਂ ਦੇ ਰਾਜੇ ਵਾਸਤੇ ਵੀ ਇਹ ਗੱਲ ਜਿਹੜੀ ਹੈ ਬੜੀ ਮੰਦਭਾਗੀ ਹੁੰਦੀ ਹੈ। ਸੋ ਪੰਜਾਬ ਦੇ ਵਿੱਚ ਇਹ ਸਥਿਤੀ ਬਣੀ ਹੋਈ ਹੈ। ਨਵਜੋਤ ਸਿੱਧੂ ਜਿਹੜੇ ਇਸ ਵੇਲੇ, ਜਿੱਦਾਂ ਤੁਸੀਂ ਗੱਲ ਕਰ ਰਹੇ ਸੀ ਕਿ ਉਹ ਪ੍ਰਧਾਨ ਨਹੀਂ, ਉਹਨਾਂ ਨੂੰ ਹੁਣ ਆਪਾਂ ਵੱਡੇ ਨੇਤਾ ਕਹਿ ਸਕਦੇ ਹਾਂ, ਪਰ ਉਹ ਜੋ ਆਪਣੇ ਆਪ ਨੂੰ ਸਮਝਦੇ ਨੇ ਉਹ ਇਸ ਵੇਲੇ ਜਿਹੜੇ ਪ੍ਰਧਾਨ ਨੇ ਉਹਨਾਂ ਤੋਂ ਵੀ ਉੱਤੇ ਹੀ ਸਮਝਦੇ ਨੇ,
ਤੇ ਜਿਹੜੇ ਮੁੱਖ ਮੰਤਰੀ ਛੱਡ ਕੇ ਗਏ ਨੇ, ਜਿਹੜੇ ਹੁਣ ਤੇ ਉਹਨਾਂ ਦੀ ਸਰਕਾਰ ਰਹੀ ਨਹੀਂ, ਜਿਹੜੇ ਕਾਂਗਰਸ ਦੇ ਮੁੱਖ ਮੰਤਰੀ ਸੀ ਲੇਟੈਸਟ ਚਰਨਜੀਤ ਸਿੰਘ ਚੰਨੀ, ਉਹਨਾਂ ਨਾਲੋਂ ਵੀ ਉਹ ਆਪਣੇ ਆਪ ਨੂੰ ਵੱਡੇ ਹੀ ਸਮਝਦੇ ਨੇ। ਤੇ ਭਗਵੰਤ ਮਾਨ ਨੂੰ ਉਹ ਕਈ ਵਾਰੀ ਕਹਿ ਚੁੱਕੇ ਨੇ ਕਿ ਉਹ ਤਾਂ ਬੱਚਾ ਅਜੇ, ਬੱਚਿਆਂ ਦੇ ਹੱਥ ਵਿੱਚ ਸਰਕਾਰ ਦੀ ਵਾਗਡੋਰ ਦੇ ਦਿੱਤੀ ਗਈ ਹੈ। ਮਤਲਬ ਆਪਣੇ ਪੱਧਰ ਦੇ ਉੱਤੇ ਉਹ ਇਹਨਾਂ ਸਾਰਿਆਂ ਦੇ ਨਾਲੋਂ ਆਪਣੇ ਆਪ ਨੂੰ ਅੱਗੇ ਰੱਖ ਕੇ ਹੀ ਸੋਚਦੇ ਨੇ। ਚਲੋ ਉਹਨਾਂ ਦੀ ਸੋਚ, ਉਹਨਾਂ ਨੂੰ ਮੁਬਾਰਕ ਹੈ। ਗੱਲ ਉਹਨਾਂ ਨੇ ਇਹ ਕੀਤੀ ਹੈ ਕਿ ਜੇ ਦਿੱਲੀ ਦੇ ਵਿੱਚ ਕੋਈ ਕਿਸੇ ਕਿਸਾਨ ਦੀ ਮੌਤ ਹੁੰਦੀ ਹੈ, ਜਿੱਥੋਂ ਤੱਕ ਦਿੱਲੀ ਰਾਜ ਦਾ ਏਰੀਆ ਉਹਦੇ ਵਿੱਚ, ਤਾਂ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ 1 ਕਰੋੜ ਰੁਪਇਆ ਮੁਆਵਜ਼ਾ ਦੇਣ ਦੀ ਵਿਵਸਥਾ ਰੱਖੀ ਗਈ ਹੈ। ਜਦੋਂ ਕਿ ਪੰਜਾਬ ਦੇ ਵਿੱਚ 1 ਕਰੋੜ ਤਾਂ ਕੀ, ਇੱਥੇ ਤਾਂ 50 ਲੱਖ ਦੇ 25 ਲੱਖ ਦੀ ਵਿਵਸਥਾ ਵੀ ਨਹੀਂ ਹੈ। ਕੋਈ ਇਸ ਤਰ੍ਹਾਂ ਦੀ ਨੀਤੀ ਹੀ ਨਹੀਂ ਬਣਾਈ ਗਈ ਹੈ ਕਿ ਜੇ ਕੋਈ ਕਿਸਾਨ ਖੁਦਕੁਸ਼ੀ ਕਰਦਾ ਹੈ ਜਾਂ ਕੋਈ ਕਿਸਾਨ ਕਿਸੇ ਕਾਰਨ ਹਾਦਸੇ 'ਚ ਹੋਰ ਕਿਸੇ ਕਾਰਨ ਮਾਰਿਆ ਜਾਂਦਾ ਹੈ ਤਾਂ ਉਸ ਨੂੰ ਇੰਨੀ ਰਾਸ਼ੀ ਦਿੱਤੀ ਜਾਵੇਗੀ। ਦੂਜੀ ਗੱਲ ਜਿਹੜੀ ਉਹਨਾਂ ਨੇ ਇਹ ਕਹੀ ਹੈ ਕਿ ਜਦੋਂ ਕੋਈ ਕਿਸਾਨ ਮਾਰਿਆ ਜਾਂਦਾ ਹੈ, ਅਕਸਰ ਰਾਜੇ ਨੇ ਪ੍ਰਜਾ ਦਾ ਜਾ ਕੇ ਦੁੱਖ ਸੁੱਖ ਪੁੱਛਣਾ ਹੁੰਦਾ ਹੈ, ਤੇ ਇੱਥੇ ਹੁਣ ਰਾਜੇ ਦੇ ਕੋਲ ਰਾਜਾ ਆਪ ਹੀ ਨਹੀਂ ਆ, ਉਹਦੇ ਨਾਲ ਮੰਤਰੀਆਂ ਦੀ, ਵਜ਼ੀਰਾਂ ਦੀ ਵੱਡੀ ਫੌਜ ਹੈ। ਪਰ ਜਿਹੜੇ ਲੋਕ ਪਿਛਲੇ ਦਿਨੀ ਮਾਰੇ ਗਏ ਆ, ਜਿਨ੍ਹਾਂ ਨੇ ਖੁਦਕੁਸ਼ੀਆਂ ਕੀਤੀਆਂ ਨੇ, ਉਹਨਾਂ ਦੇ ਘਰ ਪਰਿਵਾਰ ਦੇ ਵਿੱਚ ਉਹਨਾਂ ਨੂੰ ਮਿਲਣ ਲਈ ਕੋਈ ਨਹੀਂ ਗਿਆ। ਨਵਜੋਤ ਸਿੱਧੂ ਪਹੁੰਚੇ ਸੀ, ਜਿਹੜਾ ਉਹ ਮਾਇਸਰਖਾਨਾ ਪਿੰਡ ਦਾ, ਬਠਿੰਡਾ ਜ਼ਿਲ੍ਹੇ ਦਾ ਮਾਇਸਰਖਾਨਾ ਦਾ ਜਿਹੜਾ ਕਿਸਾਨ ਜਸਪਾਲ ਸਿੰਘ ਜਿਹਨੇ ਖੁਦਕੁਸ਼ੀ ਕੀਤੀ ਸੀ, ਉਸ ਦੇ ਘਰ ਉਹ ਗਏ, ਪਰਿਵਾਰ ਦੇ ਨਾਲ ਉਹਨਾਂ ਨੇ ਦੁੱਖ ਸੁੱਖ ਸਾਂਝਾ ਕੀਤਾ। ਇਸ ਤੋਂ ਪਹਿਲਾਂ ਵੀ ਉਹ ਜਿੱਥੇ ਜਿੱਥੇ ਕਿਤੇ ਮੰਦਭਾਗੀਆਂ ਘਟਨਾਵਾਂ ਵਾਪਰਦੀਆਂ ਰਹੀਆਂ, ਚਾਹੇ ਕੋਈ ਕਾਂਗਰਸੀ ਆਗੂ ਮਰਿਆ, ਚਾਹੇ ਕੋਈ ਹੋਰ ਮੰਦਭਾਗੀ ਗੱਲ ਹੋਈ ਹੈ, ਉਹਨਾਂ ਦੇ ਘਰਾਂ ਵਿੱਚ ਉਹਨਾਂ ਨੇ ਜਾ ਕੇ ਉਹਨਾਂ ਦੇ ਨਾਲ ਦੁੱਖ ਸੁੱਖ ਜਿਹੜਾ ਵੰਡਾਇਆ। ਇਹ ਕਿਸੇ ਵੀ ਸ਼ਾਸਕ ਦੇ ਵਿੱਚ, ਕਿਸੇ ਵੀ ਹੁਕਮਰਾਨ ਦੇ ਵਿੱਚ, ਜਾਂ ਕੋਈ ਵੀ ਜਿਹੜਾ ਆਗੂ ਹੈ, ਨੇਤਾ ਹੈ, ਲੀਡਰ ਹੈ, ਉਹਦੇ ਵਿੱਚ ਇਸ ਤਰ੍ਹਾਂ ਦੀ ਖੂਬੀ ਹੋਣੀ ਚਾਹੀਦੀ ਹੈ। ਔਰ ਉਹਨਾਂ ਨੇ ਕਿਹਾ ਕਿ ਇਹ ਤਾਂ ਕਿਸੇ ਦੇ ਘਰ ਪੁੱਛਣ ਵੀ ਨਹੀਂ ਜਾਂਦੇ, ਇਹਨਾਂ ਨੇ ਲੋਕਾਂ ਨੂੰ ਮੁਆਵਜ਼ਾ ਕੀ ਦੇਣਾ ਹੈ। ਉਹਨਾਂ ਨੇ ਕਿਹਾ ਵੀ ਜਦੋਂ ਚੋਣਾਂ ਦਾ ਮੌਕਾ ਸੀ, ਉਸ ਵੇਲੇ ਬੜੇ ਵੱਡੇ ਵਾਅਦੇ ਕੀਤੇ ਗਏ ਕਿਸਾਨਾਂ ਨਾਲ ਕਿ ਅਸੀਂ ਕਿਸਾਨਾਂ ਵਾਸਤੇ ਇਹ ਕਰਾਂਗੇ, ਉਹ ਕਰਾਂਗੇ। ਔਰ ਅੱਜ ਕਿਸਾਨਾਂ ਦੀ ਸਥਿਤੀ ਜਿਹੜੀ ਆ ਉਹ ਸਾਰਿਆਂ ਦੇ ਸਾਹਮਣੇ ਆ ਕਿ ਜਿਹੜੇ ਅਜੇ ਗੁਲਾਬੀ ਸੁੰਡੀ ਵਾਲੇ ਨਰਮੇ ਤੋਂ ਜਿਹੜੇ ਨਰਮਾ ਕਾਸ਼ਤਕਾਰ ਜਿਹੜੇ ਕਿਸਾਨ ਹੈ, ਉਹ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਬਰਬਾਦ ਹੋਏ, ਅੱਜ ਤੱਕ ਮੁਆਵਜ਼ਾ ਮੰਗ ਰਹੇ ਨੇ। ਉਹਨਾਂ ਦੀ ਤਰਾਸਦੀ ਇਹ ਹੈ ਕਿ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲ ਰਿਹਾ। ਦੂਜੇ ਪਾਸੇ ਜਿਹੜੇ ਕਣਕ ਕਰਕੇ ਕਿਸਾਨ ਬਰਬਾਦ ਹੋਏ, ਜਿਨ੍ਹਾਂ ਦੀ ਬਹੁਤ ਸਾਰੀ ਫਸਲ ਕਣਕ ਦੀ ਨੁਕਸਾਨ ਹੋ ਗਈ, ਉਹ ਵੀ ਮੁਆਵਜ਼ਾ ਮੰਗ ਰਹੇ ਨੇ। ਸਰਕਾਰ ਨੇ ਉਹਨਾਂ ਨੂੰ ਕੋਈ ਭਰੋਸਾ ਨਹੀਂ ਦਿੱਤਾ। ਸੋ ਇਸ ਗੱਲ ਦੇ ਉੱਤੇ ਨਵਜੋਤ ਸਿੱਧੂ ਹੋਰਾਂ ਨੇ ਚੁੰਡੀ ਭਰੀ ਹੈ ਕਿ ਸਰਕਾਰ ਨੂੰ ਅੱਗੇ ਵੱਧ ਕੇ ਇਹਨਾਂ ਦਾ ਦੁੱਖ ਦਰਦ ਬਣਾਉਣਾ ਚਾਹੀਦਾ ਹੈ। ਸਿਰਫ ਗੱਲੀ ਬਾਤੀ ਅਤੇ ਇਸ਼ਤਿਹਾਰਾਂ ਦੇ ਵਿੱਚ ਹੀ ਆਪਣੇ ਦਾਅਵੇ ਨਹੀਂ ਕਰਨੇ ਚਾਹੀਦੇ। ਹਾਂਜੀ ਜੀ ਸੰਧੂ ਸਾਹਿਬ, ਇੱਕ ਬ੍ਰਿਟਿਸ਼ ਉਹ ਕੀ ਕਹਿੰਦੇ ਆ, ਮੈਂ ਮੇਰੇ ਮੂੰਹ ਚੋਂ ਬ੍ਰਿਟਿਸ਼ ਕੋਲੰਬੀਆ ਨਿਕਲਣ ਲੱਗਿਆ ਸੀ ਜੀ। ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਭਾਰਤ ਦੇ ਦੌਰੇ ਤੇ ਆਏ ਨੇ। ਬੁਲਡੋਜ਼ਰ ਨਾਲ ਵੀ JCB ਵਾਲੇ ਫੋਟੋਆਂ ਲੱਗੀਆਂ ਸੀ, ਪਰ ਉਹਨਾਂ ਨੇ ਕਿਹਾ ਕਿ ਨੀਰਵ ਮੋਦੀ ਤੇ ਵਿਜੇ ਮਾਲਿਆ ਇਹਨਾਂ ਦੀ ਹਵਾਲਗੀ ਦੇ ਬਾਰੇ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ ਬ੍ਰਿਟਿਸ਼ ਸਰਕਾਰ ਦੇ ਵੱਲੋਂ। ਇਹ ਗੱਲ ਉਹਨਾਂ ਨੇ ਕਹੀ ਹੈ ਤੇ ਸੁਖਾਵੇਂ ਸੰਬੰਧਾਂ ਦੀ ਦਿਸ਼ਾ ਵਿੱਚ ਜਾਊਗੀ ਇਹ ਗੱਲ। ਇਹ ਅਜੇ ਤਾਂ ਇੱਦਾਂ ਦੀ ਬਹੁਤੀ ਨਹੀਂ ਜਾਂਦੀ ਲੱਗਦੀ, ਕਿਉਂਕਿ ਜੋ ਜਿਸ ਤਰ੍ਹਾਂ ਦੀ ਸਥਿਤੀ ਹੈ ਉਹਦੇ ਵਿੱਚ ਹੈ ਕਿ ਹਾਲਾਂਕਿ ਜਿਹੜੀ ਉੱਥੇ ਦੀ ਸਰਕਾਰ ਹੈ ਉਹ ਤਾਂ ਪਹਿਲਾਂ ਮਨਜ਼ੂਰੀ ਇਸ ਗੱਲ ਦੀ ਦੇ ਚੁੱਕੀ ਹੈ, ਪਰ ਉਹਨਾਂ ਨੇ ਆਪ ਵੀ ਇਹ ਗੱਲ ਮੰਨੀ ਹੈ ਵੀ ਅਸੀਂ ਮਨਜ਼ੂਰੀ ਦੇ ਚੁੱਕੇ ਹਾਂ, ਸਾਡੇ ਵੱਲੋਂ ਸਾਨੂੰ ਕੋਈ ਇਤਰਾਜ਼ ਨਹੀਂ। ਅਸੀਂ ਨਹੀਂ ਚਾਹੁੰਦੇ ਕਿ ਲੋਕ ਉੱਥੇ ਆ ਕੇ ਬੈਠਣ ਜਿਨ੍ਹਾਂ ਨੇ ਭਾਰਤ ਦੇ ਵਿੱਚ, ਜਿਹੜੇ ਭਾਰਤ ਦੇ ਗੁਨਾਹਗਾਰ ਨੇ, ਉਹ ਸਾਡੇ ਕੋਲ ਆ ਕੇ ਸ਼ੈਲਟਰ ਲੈ ਲੈਣ। ਪਰ ਜਿਹੜੀਆਂ ਕਾਨੂੰਨੀ ਪੇਚੀਦਗੀਆਂ ਨੇ ਉਹਨਾਂ ਦੇ ਕਾਰਨ ਹਜੇ ਤੱਕ ਉਹਨਾਂ ਦੀ ਹਵਾਲਗੀ ਪੋਸੀਬਲ ਨਹੀਂ ਹੋ ਸਕੀ। ਕਾਨੂੰਨੀ ਪੇਚੀਦਗੀਆਂ ਮਤਲਬ ਜੋ ਵੀ ਉੱਥੇ ਵੀ ਵਕੀਲ ਨੇ, ਉੱਥੇ ਵੀ ਕਚਹਿਰੀਆਂ ਨੇ, ਉਹਨਾਂ ਦੇ ਵਿੱਚ ਸਰਕਾਰ ਬਹੁਤਾ ਦਖਲ ਨਹੀਂ ਦੇ ਸਕਦੀ। ਜੇ ਉੱਥੇ ਦੀ ਅਦਾਲਤ ਕੋਈ ਜਿਹੜੀ ਹੈ ਉਹਨਾਂ ਦੀ ਹਵਾਲਗੀ ਨੂੰ ਕੁਝ ਸਮੇਂ ਲਈ ਰੋਕ ਦਿੰਦੀ ਹੈ ਤੇ ਸਰਕਾਰ ਕੁਝ ਨਹੀਂ ਕਰ ਸਕਦੀ, ਤੇ ਨਾ ਹੀ ਦੂਜੀ ਸਰਕਾਰ ਜਿਹੜੀ ਭਾਰਤ ਦੀ ਸਰਕਾਰ ਹੈ, ਨਾ ਉਹ ਉਹਨਾਂ ਨੂੰ ਜਾ ਕੇ ਲਿਆ ਸਕਦੀ ਹੈ। ਪਰ ਉਹਨਾਂ ਨੇ ਇਸ ਗੱਲ ਦੇ ਮਤਲਬ ਹੁੰਗਾਰਾ ਭਰਿਆ ਕਿ ਅਸੀਂ ਇਹਦੇ ਵਾਸਤੇ ਹਮੇਸ਼ਾ ਹੀ ਰਜ਼ਾਮੰਦ ਅਤੇ ਸਹਿਮਤ ਰਹਾਂਗੇ, ਤੇ ਸਾਡੀ ਸਰਕਾਰ ਨੇ ਤਾਂ ਇਹ ਹਵਾਲਗੀ ਜਿਹੜੀ ਸੀ ਇਹਨੂੰ ਮਨਜ਼ੂਰੀ ਦਿੱਤੀ ਸੀ। ਕੋਈ ਵੀ ਸ਼ਖਸ ਇਹੋ ਜਿਹਾ ਜਿਹੜਾ ਮਤਲਬ ਇਸ ਤਰ੍ਹਾਂ ਦਾ ਕੋਈ ਜਾਵੇਗਾ ਦੂਜੇ ਦੇਸ਼ ਦਾ, ਤੇ ਉਹਨੂੰ ਅਸੀਂ ਆਪਣੇ ਕਾਨੂੰਨ ਦੀ ਕੋਈ ਬਹੁਤ ਜ਼ਿਆਦਾ ਗਲਤ ਵਰਤੋਂ ਵੀ ਨਹੀਂ ਕਰਨ ਦਿਆਂਗੇ। ਪਰ ਕਾਨੂੰਨੀ ਮਾਮਲੇ ਜਿਹੜੇ ਨੇ ਉਹਨਾਂ ਨੂੰ ਕਾਨੂੰਨ ਦੇ ਢੰਗ ਨਾਲ ਹੀ ਨਿਪਟਾਉਣਾ ਪੈਂਦਾ। ਜਿੰਨਾ ਚਿਰ ਨਿਪਟਾਏ ਨਹੀਂ ਜਾਂਦੇ ਉਹਨਾਂ ਚਿਰ ਉਹਨਾਂ ਦੀ ਹਵਾਲਗੀ ਪੋਸੀਬਲ ਨਹੀਂ। ਉਹਨਾਂ ਦੇ ਕੋਲ ਇਹ ਸਵਾਲ ਵੀ ਮੀਡੀਆ ਵਾਲਿਆਂ ਨੇ ਉਠਾਇਆ ਸੀ ਕਿ ਬ੍ਰਿਟੇਨ ਦੇ ਵਿੱਚ ਕੁਝ ਖਾਲਿਸਤਾਨੀਆਂ ਦੀ ਮੌਜੂਦਗੀ ਹੈ ਜਾਂ ਕੁਝ ਐਸੇ ਜਿਹੇ ਅਨਸਰਾਂ ਦੀ। ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਅਸੀਂ ਭਾਰਤ ਦੀ ਮਦਦ ਵਾਸਤੇ ਉੱਥੇ ਐਂਟੀ ਐਕਸਟ੍ਰੀਮਿਸਟ ਫੋਰਸ ਬਣਾਈ ਹੋਈ ਹੈ, ਅਸੀਂ ਇਹਨਾਂ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਕਿਸੇ ਵੀ ਤਰ੍ਹਾਂ ਅਸੀਂ ਭਾਰਤ ਨੂੰ
ਮਤਲਬ ਇਸ ਮਾਮਲੇ ਦੇ ਵਿੱਚ ਨਿਰਾਸ਼ ਨਹੀਂ ਕਰਾਂਗੇ। ਉਹ ਬਹੁਤ ਜ਼ਿਆਦਾ ਖੁਸ਼ ਇਸ ਗੱਲ ਤੋਂ ਲੱਗ ਰਹੇ ਸੀ ਕਿ ਮੈਨੂੰ ਬੜਾ ਜ਼ਿਆਦਾ ਵਾਰਮ ਵੈਲਕਮ ਮਿਲਿਆ ਇੱਥੇ। ਉਹ ਕੱਲ੍ਹ ਗੁਜਰਾਤ ਵੀ ਗਏ, ਉੱਥੇ ਸਾਬਰਮਤੀ ਆਸ਼ਰਮ ਵੀ ਗਏ, ਚਰਖਾ ਵੀ ਕੱਤਿਆ ਉੱਥੇ ਜਾ ਕੇ ਉਹਨਾਂ ਨੇ, ਜਿਹੜਾ ਗਾਂਧੀ ਜੀ ਉੱਥੇ ਕੱਤਦੇ ਰਹੇ ਨੇ ਚਰਖਾ। ਔਰ ਉਹਨਾਂ ਨੇ ਕਿਹਾ ਕਿ ਮੈਨੂੰ ਇੰਨਾ ਜ਼ਿਆਦਾ ਵੈਲਕਮ ਮੈਨੂੰ ਵਾਰਮ ਵੈਲਕਮ ਮਿਲਿਆ, ਮੈਨੂੰ ਤਾਂ ਇਹ ਲੱਗਣ ਲੱਗ ਪਿਆ ਸੀ ਕਿ ਮੈਂ ਕਿ ਅਮਿਤਾਭ ਬੱਚਨ ਹਾਂ ਜਾਂ ਮੈਂ ਸਚਿਨ ਤੇਂਦੁਲਕਰ ਹਾਂ। ਇੱਦਾਂ ਮੇਰੇ ਹੋਰਡਿੰਗ ਲੱਗੇ ਸੀਗੇ। ਹੁਣ ਪਤਾ ਨਹੀਂ ਉਹ ਵਿਅੰਗ ਕਰ ਰਹੇ ਸੀ ਕਿ ਸੱਚੀ ਮੁੱਚੀ ਇਸਤਕਬਾਲ ਕਰ ਰਹੇ ਸੀ ਇਸ ਗੱਲ ਦਾ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਸੋਹਣੇ ਢੰਗ ਨਾਲ ਜੀ ਆਇਆਂ ਕਿਹਾ ਗਿਆ। ਪਰ ਗੱਲ ਉਹਨਾਂ ਨੇ ਇਹੀ ਕਹੀ ਹੈ। ਕੁੱਲ ਮਿਲਾ ਕੇ ਜਿਹੜੀ ਉਹਨਾਂ ਦੀ ਇੱਥੇ ਯਾਤਰਾ ਹੋਈ ਹੈ ਭਾਰਤ ਦੇ ਵਿੱਚ, ਉਹਦੇ ਵਿੱਚ ਕੁਝ ਰਣਨੀਤਕ ਗੱਲਾਂ ਹੋਈਆਂ, ਡਿਫੈਂਸ ਦੇ ਨਜ਼ਰੀਏ ਤੋਂ ਗੱਲਾਂ ਹੋਈਆਂ, ਕੁਝ ਡਿਪਲੋਮੇਸੀ ਦੀਆਂ ਗੱਲਾਂ ਹੋਈਆਂ, ਕੁਝ ਆਰਥਿਕ ਪਾਰਟਨਰਸ਼ਿਪ ਦੀਆਂ ਗੱਲਾਂ ਹੋਈਆਂ। ਔਰ ਖ਼ਾਸ ਕਰਕੇ ਜਿਸ ਤਰ੍ਹਾਂ ਹਿੰਦ ਮਹਾਸਾਗਰ ਅਤੇ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਚੀਨ ਜਿਸ ਤਰ੍ਹਾਂ ਦੇ ਨਾਲ ਚੁਣੌਤੀ ਪੇਸ਼ ਕਰ ਰਿਹਾ, ਉਹਦੇ ਨਜ਼ਰੀਏ ਤੋਂ ਕਿਹਾ ਗਿਆ ਕਿ ਜੇ ਇੰਗਲੈਂਡ ਅਤੇ ਭਾਰਤ ਦਾ ਆਪਸ ਵਿੱਚ ਸੁਰੱਖਿਆ ਸਹਿਯੋਗ ਹੁੰਦਾ, ਸਮਝੌਤਾ ਹੁੰਦਾ ਅਤੇ ਇਹ ਕਾਫੀ ਮਹੱਤਵਪੂਰਨ ਹੋਏਗਾ। ਉਹਨਾਂ ਨੇ ਕਿਹਾ ਕਿ ਅਸੀਂ ਇਸ ਰਸਤੇ ਦੇ ਉੱਤੇ ਅੱਗੇ ਵਧ ਰਹੇ ਹਾਂ। ਅਤੇ ਇੰਡੋ UK ਰੋਡ ਮੈਪ ਜਿਹੜਾ 2030 ਹੈ ਉਹਨੂੰ ਲਾਗੂ ਕਰਨ ਬਾਰੇ ਵੀ ਚਰਚਾ ਹੋਈ ਹੈ। ਉਹਦੇ ਨਾਲ ਜਿਹੜੇ ਦੁਵੱਲੇ ਸੰਬੰਧ ਹੈ ਨਾ ਸਿਰਫ ਸੁਖਾਵੇਂ ਹੋਣਗੇ, ਸਗੋਂ ਕਾਰੋਬਾਰ ਵਪਾਰ ਜਿਹੜਾ ਉਹ ਵੀ ਵਧੇਗਾ। ਹਜੇ ਕੋਈ ਬਹੁਤ ਵੱਡਾ ਵਪਾਰ ਨਹੀਂ ਹੈ ਆਪਸ ਦੇ ਵਿੱਚ, ਪਰ ਫਿਰ ਵੀ ਪਿਛਲੇ 2 ਦਹਾਕਿਆਂ ਵਿੱਚ ਉਹ ਵਪਾਰ ਜਿਹੜਾ ਹੈ ਪਹਿਲਾਂ ਦੇ ਮੁਕਾਬਲੇ ਵਧਿਆ। ਇਸ ਨੂੰ ਹੋਰ ਅੱਗੇ ਜ਼ਿਆਦਾ ਵਧਾਇਆ ਜਾਣਾ ਉਮੀਦ ਕਰਦੀਆਂ ਨੇ ਦੋਵੇਂ ਸਰਕਾਰਾਂ। ਉਹ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ। ਹੁਣ ਕਿਹੜੇ ਸਮਝੌਤੇ ਦੇ ਉੱਤੇ ਉਹ ਸਹੀ ਪਾ ਕੇ ਜਾਂਦੇ ਨੇ, ਕਿੱਥੇ ਸਾਈਨ ਹੁੰਦੇ ਨੇ, ਇਹ ਅਜੇ ਉਹਨਾਂ ਦੇ ਆਪਸ ਵਿੱਚ ਡਿਸਕਸ਼ਨ ਹੋਈ ਹੈ ਇਹਨਾਂ ਗੱਲਾਂ ਦੇ ਉੱਤੇ ਕਿ ਅਸੀਂ ਇਹਨਾਂ ਦੇ ਉੱਤੇ ਅੱਗੇ ਵਧਾਂਗੇ। ਉਹ ਵਧਣਗੇ ਦੋਹਾਂ ਦੇਸ਼ਾਂ ਨੂੰ, ਉਹਦੇ ਨਾਲ ਕੀ ਲਾਭ ਹੁੰਦਾ ਉਹਦੇ ਬਾਰੇ ਆਪਾਂ ਫਿਰ ਜ਼ਰੂਰ ਚਰਚਾ ਕਰਾਂਗੇ। ਸੰਧੂ ਸਾਹਿਬ, ਆਮ ਆਦਮੀ ਪਾਰਟੀ ਦਾ ਵੀ ਬੜਾ ਨਾਮੀ ਚਿਹਰਾ ਰਿਹਾ ਕੁਮਾਰ ਵਿਸ਼ਵਾਸ ਤੇ ਅਲਕਾ ਲਾਂਬਾ ਵੀ ਮਸ਼ਹੂਰ ਨੇ, ਤੇ ਇਹਨਾਂ ਦੇ ਹੱਕ ਵਿੱਚ ਹੁਣ ਕਾਂਗਰਸ ਪਾਰਟੀ ਉਤਰ ਆਈ ਹੈ। ਪੰਜਾਬ 'ਚ ਇਹਨਾਂ ਦੇ ਖਿਲਾਫ ਪਰਚਾ ਦਰਜ ਹੋਇਆ ਸੀ ਤੇ ਨਵਜੋਤ ਸਿੱਧੂ ਨੇ ਕਿਹਾ ਥਾਣੇ ਤੱਕ ਨਾਲ ਜਾਵਾਂਗਾ। ਸੋ ਥਾਣੇ ਤੱਕ ਜਾਣਗੇ ਤੇ ਅਦਾਲਤ ਤੱਕ ਵੀ ਜਾਣਗੇ ਤੇ ਉਦੋਂ ਬਾਅਦ ਪਤਾ ਨਹੀਂ ਕਿੱਥੇ ਤੱਕ ਜਾਣਗੇ। ਗੱਲਬਾਤ ਕਿਹੋ ਜਿਹੀ ਸੀ? ਸਿੱਧੂ ਸਾਹਿਬ ਦਾ ਅੰਦਾਜ਼ ਬਹੁਤ ਵਧੀਆ ਹੁੰਦਾ ਗੱਲ ਕਹਿਣ ਦਾ। ਹਾਂਜੀ। ਗੱਲ ਇੱਥੇ ਇਕੱਲੇ ਸਿੱਧੂ ਸਾਹਿਬ ਦੀ ਨਹੀਂ ਹੈ। ਸਿੱਧੂ ਸਾਹਿਬ ਗੱਲ ਇੱਥੇ ਗੱਲ ਇੱਥੇ ਰਮਨ ਜੀ ਸਾਰੀ ਕਾਂਗਰਸ ਪਾਰਟੀ ਦੀ ਹੈ। ਅਤੇ ਜਿਸ ਢੰਗ ਦੇ ਨਾਲ ਇਹਨਾਂ ਸਾਰੇ ਜਿਹੜੇ ਵੱਡੇ ਆਗੂ ਹੈ ਕਾਂਗਰਸ ਦੇ, ਜਿਸ ਢੰਗ ਨਾਲ ਇਹਨਾਂ ਨੇ ਬਿਆਨ ਦਿੱਤੇ ਨੇ, ਅਤੇ ਜਿਹੜੀ ਆਪਾਂ ਹੁਣੇ ਗੱਲ ਕਰਕੇ ਹਟਿਆ ਵੀ ਇਹਦੇ ਵਿੱਚ ਅਨੁਸ਼ਾਸਨ ਨਹੀਂ ਹੈ, ਆਪਸ ਵਿੱਚ ਪਾਟੋ ਧਾੜ ਹੋਈ ਪਈ ਹੈ। ਮੈਨੂੰ ਲੱਗਦਾ ਕਿ ਇਸ ਮਾਮਲੇ 'ਤੇ ਇਹ ਸਾਰੇ ਇਕਜੁੱਟ ਨਾ ਹੋ ਜਾਣ ਅਤੇ ਸਾਰੇ ਅਨੁਸ਼ਾਸਨ ਵਿੱਚ ਆ ਜਾਣ ਵੀ ਅਸੀਂ ਤਾਂ ਸਾਰੇ ਇਕੱਠੇ ਹਾਂ ਜੀ। ਇੱਕ ਮੁੱਦਾ ਮਿਲ ਗਿਆ ਹੈ ਮਤਲਬ ਕਾਂਗਰਸ ਪਾਰਟੀ ਨੂੰ, ਔਰ ਮੁੱਦੇ ਦੇ ਵਿੱਚ ਦਮ ਵੀ ਹੈ ਬਿਨਾਂ ਸ਼ੱਕ, ਇਹਦੇ ਵਿੱਚ ਕੋਈ ਉਹ ਦੋ ਰਾਵਾਂ ਨਹੀਂ ਹਨ। ਗੱਲ ਇਸ ਕਰਕੇ ਇਹ ਕਹੀ ਜਾ ਰਹੀ ਹੈ ਵੀ ਉਹਨਾਂ ਨੇ ਦਿੱਲੀ ਦੇ ਵਿੱਚ ਬਿਆਨ ਦਿੱਤੇ ਸੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਲੋਚਨਾ ਕੀਤੀ ਸੀ। ਰੋਪੜ ਦੇ ਵਿੱਚ ਜਿਹੜਾ ਕੇਸ ਹੈ ਉਹ ਕਿਸ ਢੰਗ ਦੇ ਨਾਲ ਦਰਜ ਕੀਤਾ ਗਿਆ। ਪਹਿਲੀ ਗੱਲ ਤਾਂ ਇਹ ਹੈ, ਇੱਥੇ ਤਾਂ ਉਹਨਾਂ ਨੇ ਕੋਈ ਅਪਰਾਧ ਹੀ ਨਹੀਂ ਕੀਤਾ ਪੰਜਾਬ ਦੇ ਵਿੱਚ। ਪੰਜਾਬ 'ਚ ਕਿਉਂ ਉਹਨਾਂ ਦੇ ਖਿਲਾਫ ਕੇਸ ਦਰਜ ਹੋਇਆ? ਇਹ ਇੱਥੋਂ ਦੇ ਜੂਰਿਸਡਿਕਸ਼ਨ ਦੇ ਵਿੱਚ ਹੀ ਨਹੀਂ ਆਉਂਦਾ। ਕੱਲ੍ਹ ਨੂੰ ਇਸ ਮਾਮਲੇ ਨੂੰ ਅਦਾਲਤ ਵਿੱਚ ਜਾ ਕੇ ਵੀ ਚੁਣੌਤੀ ਦਿੱਤੀ ਜਾ ਸਕਦੀ ਹੈ। ਅਤੇ ਇਹ ਕਿਹਾ ਕਾਂਗਰਸ ਦੇ ਆਗੂਆਂ ਨੇ ਵੀ ਰੋਪੜ ਵਿੱਚ ਕੇਸ ਦਰਜ ਕਰਨਾ ਗਲਤ ਹੈ। ਹੁਣ ਜਿਹੜੇ ਬਾਜਵਾ ਸਾਹਿਬ ਨੇ, ਵਿਰੋਧੀ ਧਿਰ ਦੇ ਨੇਤਾ ਵਿਧਾਨ ਸਭਾ ਦੇ ਵਿੱਚ, ਪਹਿਲੀ ਗੱਲ ਤਾਂ ਉਹਨਾਂ ਨੇ ਕਹੀ ਹੈ, ਪੰਜਾਬ ਦੇ DGP ਨੂੰ ਕਿਹਾ ਕਿ ਤੁਸੀਂ ਇਹ ਕੇਸ ਰੱਦ ਕਰੋ। ਇਹ ਕੇਸ ਜਿਹੜਾ ਹੈ ਇਹ ਬਣਦਾ ਹੀ ਨਹੀਂ। ਨਾ ਸਿਰਫ ਤੁਸੀਂ ਇਹ ਕੇਸ ਰੱਦ ਕਰੋ, ਸਗੋਂ ਜਿਹੜੇ ਅਫਸਰਾਂ ਨੇ ਇਹ ਪਰਚਾ ਦਰਜ ਕੀਤਾ ਉਹਨਾਂ ਦੇ ਖਿਲਾਫ ਕਾਰਵਾਈ ਕਰੋ, ਜਿਨ੍ਹਾਂ ਨੇ ਦਿੱਲੀ ਦੇ ਮਾਸਟਰ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਫਟਾਫਟ ਕਾਹਲੀ ਦੇ ਵਿੱਚ ਉਹਨਾਂ ਨੇ ਕੇਸ ਦਰਜ ਕਰ ਲਿਆ। ਇੱਦਾਂ ਤਾਂ ਖੈਰ ਨਹੀਂ ਹੋ ਸਕਦਾ ਕਿ ਇਹ ਗੱਲ DGP ਦੀ ਜਾਣਕਾਰੀ ਤੋਂ ਬਗੈਰ ਹੀ ਉਹਨਾਂ ਨੇ ਕੇਸ ਦਰਜ ਕਰ ਲਿਆ ਹੋਵੇ। ਗੱਲਬਾਤ ਤਾਂ ਇਹ ਹੈ ਕਿ ਜੇ ਇਹ ਅਰਵਿੰਦ ਕੇਜਰੀਵਾਲ ਨੂੰ ਪਤਾ ਹੈ ਤਾਂ DGP ਨੂੰ ਵੀ ਪਤਾ ਹੈ, ਜੇ DGP ਨੂੰ ਪਤਾ ਤਾਂ ਭਗਵੰਤ ਮਾਨ ਨੂੰ ਵੀ ਪਤਾ। ਇਹਦਾ ਮਤਲਬ ਤਾਂ ਸਾਰੀ ਆਮ ਆਦਮੀ ਪਾਰਟੀ ਨੂੰ ਉੱਪਰ ਤੋਂ ਲੈ ਕੇ ਥੱਲੇ ਤੱਕ ਇਹ ਸਾਰੇ ਮਾਮਲੇ ਦਾ ਪਤਾ ਹੈ। ਪਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕੇਸ ਰੱਦ ਕਰੋ। ਨਵਜੋਤ ਸਿੱਧੂ ਨੇ ਕਿਹਾ ਕਿ ਗਲਤ ਕੇਸ ਹੋਇਆ ਹੈ, ਇਸ ਨੂੰ ਰੱਦ ਕਰੋ। ਨਹੀਂ ਰੱਦ ਕਰਦੇ ਤਾਂ 26 ਅਪ੍ਰੈਲ ਨੂੰ ਉਹਨਾਂ ਨੇ ਪੇਸ਼ੀ 'ਤੇ ਆਉਣਾ ਹੈ। ਮੈਂ ਥਾਣੇ ਉਹਨਾਂ ਦੇ ਨਾਲ ਜਾਵਾਂਗਾ। ਇਹਦਾ ਮਤਲਬ ਹੈ ਜੇ ਨਾਲ ਜਾਣਗੇ ਤਾਂ ਫਿਰ ਅੱਗੋਂ ਵੀ ਉਹਨਾਂ ਦੇ ਨਾਲ ਰਹਿਣਗੇ। ਰਾਜਾ ਵੜਿੰਗ ਨੇ ਵੀ ਕਿਹਾ ਕਿ ਕੇਸ ਖਾਰਜ ਕਰੋ, ਨਹੀਂ ਤਾਂ ਸੜਕਾਂ 'ਤੇ ਉਤਰਾਂਗੇ। ਅਲਕਾ ਲਾਂਬਾ ਨੇ ਵੀ ਇਹੀ ਗੱਲ ਕਹੀ ਹੈ ਕਿ ਮੇਰੇ ਖਿਲਾਫ ਜਿਹੜਾ ਕੇਸ ਦਰਜ ਕੀਤਾ ਇਹਨੂੰ ਰੱਦ ਕਰੋ, ਨਹੀਂ ਤਾਂ ਮੈਂ ਵੀ ਆਪਣੇ ਹਮਾਇਤੀਆਂ ਨੂੰ ਨਾਲ ਲੈ ਕੇ ਅਤੇ ਮੈਂ ਸਾਰੇ ਪਬਲਿਕ ਨੂੰ ਨਾਲ ਲੈ ਕੇ ਮੈਂ ਵੀ ਸੜਕਾਂ ਦੇ ਉੱਤੇ ਉਤਰਾਂਗੀ। ਸੋ ਇਹ ਸਾਰਿਆਂ ਨੇ ਬਿਆਨ ਜਿਹੜੇ ਨੇ ਇੱਕੋ ਸੁਰ ਵਿੱਚ ਦਿੱਤੇ ਨੇ ਅਤੇ ਗੱਲਬਾਤ ਵੀ ਇੱਕੋ ਜਿਹੀ ਕੀਤੀ ਹੈ।
ਕਿ ਕੁਝ ਅਫਸਰਾਂ ਨੇ ਜਿਹੜਾ ਦਿੱਲੀ ਦੇ ਬਾਸ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਨੂੰ ਖੁਸ਼ ਕਰਨ ਵਾਸਤੇ ਇਹ ਕੇਸ ਜਿਹੜਾ ਦਰਜ ਕੀਤਾ ਗਿਆ ਹੈ। 16 ਫਰਵਰੀ ਨੂੰ ਉਹਨਾਂ ਨੇ ਬਿਆਨ ਦਿੱਤੇ ਸੀਗੇ ਔਰ 12 ਅਪ੍ਰੈਲ ਨੂੰ ਉਹਨਾਂ ਦੇ ਖਿਲਾਫ FIR ਦਰਜ ਹੋਈ ਹੈ। 20 ਅਪ੍ਰੈਲ ਨੂੰ ਸੰਮਨ ਤਾਮੀਲ ਹੋਏ ਨੇ ਅਤੇ 26 ਨੂੰ ਪੇਸ਼ੀ ਜਿਹੜੀ ਹੈ ਉਹ ਰੱਖੀ ਗਈ ਹੈ। ਗੱਲ ਹੈਰਾਨੀਜਨਕ ਇਹਦੇ ਵਿੱਚ ਇਹ ਵੀ ਹੈ ਕਿ ਜੇ 16 ਫਰਵਰੀ ਵਾਲੇ ਬਿਆਨ ਹੈ, 12 ਅਪ੍ਰੈਲ ਇਹ ਕੇਸ ਜਿਹੜਾ ਹੈ ਉਹ ਦਰਜ ਕਿਸ ਨੇ ਕੀਤਾ ਅਤੇ ਕਿਉਂ ਕੀਤਾ, ਕਿਹਦੇ ਵੱਲੋਂ ਕੀਤਾ ਗਿਆ। ਜੀ ਸੋ ਸੰਧੂ ਇਹ ਸਾਹਿਬ ਵਿੱਚ ਸਥਿਤੀ ਨੂੰ ਜਿਹੜੀ ਆਵਾਜ਼ ਹੈ ਚਲੀ ਉਹ ਗਈ ਇਸ ਸੀਗੀ ਵੇਲੇ ਬਣੀ। 30-35 ਸੈਕਿੰਡ ਤਕਰੀਬਨ। ਹਾਂ, ਹੋ ਸਕਦਾ ਹੈ ਤੁਹਾਡੇ ਵੱਲ ਜੀ ਕੋਈ ਸਮੱਸਿਆ ਹੋਵੇ, ਮੇਰੇ ਵੱਲੋਂ ਤਾਂ ਠੀਕ ਹੈ ਸਾਰਾ। ਓਕੇ, ਤੇ ਆਪਣੀ ਹਾਂਜੀ ਹੋ ਗਈ ਗੱਲ ਕੰਪਲੀਟ ਤੁਹਾਡੇ ਵੱਲੋਂ? ਹਾਂਜੀ ਹਾਂਜੀ ਠੀਕ ਹੈ ਹਾਂਜੀ। ਜੀ। ਤੇ ਇੱਕ ਕਿਸਾਨਾਂ ਦੀ ਗ੍ਰਿਫਤਾਰੀ ਦੇ ਵਾਰੰਟ ਕੱਢੇ ਗਏ ਸੀਗੇ ਤੇ ਉਹ ਕਹਿੰਦੇ ਸੀ ਪਿਛਲੀ ਕਾਂਗਰਸ ਸਰਕਾਰ ਨੇ ਕੱਢਿਆ ਤੇ ਪਤਾ ਨਹੀਂ, ਆਪਾਂ ਉਹਦੇ ਤੇ ਚਰਚਾ ਵੀ ਕੀਤੀ ਹੈ ਜੀ ਕੱਲ੍ਹ। ਹੁਣ ਆਮ ਆਦਮੀ ਦੀ ਸਰਕਾਰ ਹੈ ਜੋ ਪੰਜਾਬ ਵਿੱਚ, ਇਹ ਬੈਕਫੁੱਟ ਦੇ ਉੱਤੇ ਕਿਵੇਂ ਆਈ ਵਿਖਾਈ ਦੇ ਰਹੀ ਹੈ ਇਸ ਮਾਮਲੇ ਤੇ? ਬੈਕਫੁੱਟ ਤੇ ਇਸ ਕਰਕੇ ਆ ਗਈ ਹੈ ਕਿ ਇਹਨਾਂ ਨੇ ਜਿਹੜੇ ਉਹ ਵਾਰੰਟ ਇਹਨਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਜਾਰੀ ਕੀਤੇ ਸੀ। ਪਹਿਲੀ ਗੱਲ ਤਾਂ ਇਹ ਹੈ ਕਿ ਕਾਂਗਰਸ ਸਰਕਾਰ ਨੇ ਕੁਝ ਵਾਰੰਟ ਜਾਰੀ ਕੀਤੇ ਸੀ, ਸਾਰੇ ਵਾਰੰਟ ਜਾਰੀ ਨਹੀਂ ਕੀਤੇ। ਇਹਨਾਂ ਨੂੰ ਇਹ ਲੱਗਿਆ ਸੀ ਕਿ ਸ਼ਾਇਦ ਕਾਂਗਰਸ ਦਾ ਅਸੀਂ ਨਾਂ ਲਵਾਂਗੇ, ਬੰਦਿਆਂ ਨੂੰ ਜਦੋਂ ਹੱਥ ਪਾਵਾਂਗੇ ਧੜਾ ਧੜ ਹਜ਼ਾਰਾਂ ਲੋਕਾਂ ਦੇ ਖਿਲਾਫ ਵਾਰੰਟ ਜਾਰੀ ਕਰ ਦਿੱਤੇ ਗਏ। ਇਹ ਕੋਈ ਛੋਟੀ ਮੋਟੀ ਗੱਲ ਨਹੀਂ ਕਿ ਸਰਕਾਰ ਨੂੰ ਇਸ ਚੀਜ਼ ਦਾ ਇਲਮ ਹੀ ਨਾ ਹੋਵੇ। ਇਹਨਾਂ ਨੇ ਸਿਰਫ ਇਹ ਕਿਹਾ ਸੀ ਕਿ ਭਾਂਡਾ ਕਾਂਗਰਸ ਦੇ ਸਿਰ ਭੰਨਾਂਗੇ ਅਤੇ ਪੈਸੇ ਜਿਹੜੇ ਆ ਉਹ ਅਸੀਂ ਇਕੱਠੇ ਕਰ ਲਾਂਗੇ, ਸਾਡਾ ਖਜ਼ਾਨਾ ਤਾਂ ਖਾਲੀ ਪਿਆ, ਉਹਦੇ 'ਚ ਕੋਈ 4 ਪੈਸੇ ਕਿਸੇ ਪਾਸੇ ਆਉਣਗੇ। ਕੁਛ ਵਾਰੰਟ ਜਿਹੜੇ ਸੀ ਉਹ ਨਵੇਂ ਜਾਰੀ ਕੀਤੇ ਗਏ ਨੇ। ਹੁਣ ਜਦੋਂ ਇਸ ਮਾਮਲੇ ਦੇ ਉੱਤੇ ਵਿਰੋਧੀ ਪਾਰਟੀਆਂ ਵੀ ਮੈਦਾਨ 'ਚ ਆ ਗਈਆਂ ਅਤੇ ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ ਉਹ ਵੀ ਮੈਦਾਨ 'ਚ ਆ ਗਈਆਂ। ਉਹਨਾਂ ਨੇ ਐਲਾਨ ਕਰ ਦਿੱਤਾ ਕਿ ਜੇ ਇਹ ਸਾਰੇ ਕੇਸ ਰੱਦ ਨਾ ਕੀਤੇ ਗਏ ਅਤੇ ਜੇ ਕੁਛ ਥਾਵਾਂ ਦੇ ਉੱਤੇ ਤਾਂ ਉਹਨਾਂ ਦੀਆਂ ਜ਼ਮੀਨਾਂ ਦੀ ਜਿਹੜੀ ਨਿਲਾਮੀ ਆ ਉਸ ਸੰਬੰਧ ਦੇ ਵਿੱਚ ਵੀ ਕਾਰਵਾਈ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਕਿ ਜੇ ਇਹ ਸਾਰਾ ਕੁਝ ਬੰਦ ਨਾ ਕੀਤਾ ਗਿਆ ਤਾਂ ਅਸੀਂ ਵੀ ਸੜਕਾਂ 'ਤੇ ਉਤਰਾਂਗੇ, ਮੈਦਾਨ ਵਿੱਚ ਆਵਾਂਗੇ, ਸਰਕਾਰ ਦਾ ਵਿਰੋਧ ਕਰਾਂਗੇ। ਸਰਕਾਰ ਨੂੰ ਇਹ ਸਾਰੀ ਕਵਾਇਦ ਜਿਹੜੀ ਹੈ ਇਹਦੇ 'ਤੇ ਤੁਰੰਤ ਰੋਕ ਲਾਉਣੀ ਚਾਹੀਦੀ ਹੈ। ਨਾਲ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਨਾ ਸਿਰਫ ਰੋਕ ਲਾਉਣੀ ਚਾਹੀਦੀ ਹੈ, ਸਗੋਂ ਸਰਕਾਰ ਨੂੰ ਕਿਸਾਨਾਂ ਦੇ ਕਰਜ਼ੇ ਮੁਆਫ ਕਰਨੇ ਚਾਹੀਦੇ ਨੇ। ਇਹ ਲਗਭਗ ਉੱਦਾਂ ਦੀ ਗੱਲ ਹੀ ਹੈ ਜਿਹੜੀ ਨਵਜੋਤ ਸਿੱਧੂ ਪਹਿਲਾਂ ਕਹਿ ਕੇ ਗਏ ਨੇ ਕਿ ਦਿੱਲੀ ਵਾਲਿਆਂ ਨੂੰ ਕਰੋੜ ਕਰੋੜ ਦਿੰਦੇ ਹੋ ਅਤੇ ਇੱਥੋਂ ਵਾਲਿਆਂ ਦੇ ਖਿਲਾਫ ਵਾਰੰਟ ਜਾਰੀ ਕਰੀ ਜਾਂਦੇ ਹੋ। ਮਤਲਬ ਇਹ ਉਹਨਾਂ ਨੇ ਗੱਲ ਕਹੀ ਹੈ। ਅਤੇ ਹੁਣ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨੂੰ ਇਹ ਨਹੀਂ ਹੁਣ ਸਮਝ ਆ ਰਹੀ ਤੁਰੰਤ। ਇਹ ਤਾਂ ਕਹਿ ਦਿੱਤਾ ਵਿੱਤ ਮੰਤਰੀ ਨੇ, ਹਰਪਾਲ ਚੀਮਾ ਹੋਰਾਂ ਨੇ, ਕਿ ਅਸੀਂ ਇਹਨਾਂ ਦੇ ਉੱਤੇ ਰੋਕ ਲਾ ਦਿੱਤੀ ਹੈ ਜੀ, ਅਸੀਂ ਕੋਈ, ਪਰ ਅਜੇ ਤੱਕ ਉਹਨਾਂ ਦੇ ਬਿਆਨ ਵਿੱਚ ਹੀ ਰੋਕ ਲੱਗੀ ਹੈ, ਅਮਲੀ ਤੌਰ 'ਤੇ ਕੋਈ ਰੋਕ ਨਹੀਂ ਲੱਗੀ। ਕੁਝ ਬੈਂਕ ਦੇ ਅਫਸਰਾਂ ਨਾਲ ਮੈਂ ਗੱਲਬਾਤ ਕੀਤੀ ਸੀ, ਉਹਨਾਂ ਨੇ ਕਿਹਾ ਜੀ ਸਾਨੂੰ ਜਿਹੜੇ ਪਹਿਲੇ ਆਦੇਸ਼ ਸਾਡੇ ਕੋਲ ਆ ਅਸੀਂ ਤਾਂ ਉਹਨਾਂ 'ਤੇ ਕੰਮ ਕਰ ਰਹੇ ਹਾਂ, ਨਵੇਂ ਆਦੇਸ਼ ਸਾਨੂੰ ਕੋਈ ਲਿਖਤੀ ਆਉਣਗੇ। ਹੁਣ ਲਿਖ ਕੇ ਕੋਈ ਨਹੀਂ ਦਿੰਦਾ। ਕਿਹੜੀ ਸਰਕਾਰ ਹੈ ਜਿਹੜੀ ਉਹ ਲਿਖਤੀ ਆਰਡਰ ਜਾਰੀ ਕਰੇਗੀ? ਇਹ ਚੁੱਪ ਚਪੀਤੇ ਹੀ ਹੋਣਾ ਜਿਹੜਾ ਕੁਝ ਹੋਣਾ, ਗੋਲ ਮੋਲ ਗੱਲ ਕਿ ਜੇ ਰਹਿਣ ਦਿਓ, ਇਹਨਾਂ ਨੂੰ ਪੈਂਡਿੰਗ ਰੱਖ ਲਓ। ਜਿਵੇਂ ਪਹਿਲਾਂ ਤੋਂ ਪੈਂਡਿੰਗ ਚੱਲੇ ਆ ਰਹੇ ਸੀ ਵਾਰੰਟ ਜਾਂ ਕੇਸ, ਜੋ ਵੀ ਮਾਮਲੇ ਆ ਉਹਨਾਂ ਨੂੰ ਅੱਗੇ ਤੋਂ ਵੀ ਪੈਂਡਿੰਗ ਕਰ ਦਿਓ। ਕੋਈ ਲਿਖਤੀ ਆਰਡਰ ਜਿਹੜਾ ਉਹ ਬੈਂਕ ਦੇ ਅਧਿਕਾਰੀਆਂ ਨੂੰ ਇਸ ਸੰਬੰਧ ਦੇ ਵਿੱਚ ਅਜੇ ਤੱਕ ਤਾਂ ਜਾਰੀ ਹੋਇਆ ਨਹੀਂ। ਜੇ ਜਾਰੀ ਹੋਏਗਾ ਤਾਂ ਆਪਾਂ ਉਹਦੇ 'ਤੇ ਵੀ ਨਜ਼ਰ ਰੱਖਾਂਗੇ, ਉਹ ਵੀ ਆਪਾਂ ਸਰੋਤਿਆਂ ਦੇ ਨਾਲ ਸਾਂਝਾ ਕਰਾਂਗੇ। ਇਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਉਹਨੂੰ ਇਸ ਮਾਮਲੇ 'ਤੇ ਸੱਜੇ ਖੱਬੇ ਵੇਖਣਾ ਪੈ ਰਿਹਾ ਹੈ। ਸੰਧੂ ਸਾਹਿਬ, ਖਬਰਾਂ ਤੇ ਜਾਣਕਾਰੀਆਂ ਲਈ ਬਹੁਤ ਬਹੁਤ ਮਿਹਰਬਾਨੀ ਜੀ। ਹੁਣ 2 ਦਿਨ ਦੀ ਛੁੱਟੀ ਹੋਏਗੀ, ਸੋਮਵਾਰ ਨੂੰ ਆਪਾਂ ਦੁਬਾਰਾ ਗੱਲ ਕਰਾਂਗੇ। ਠੀਕ ਹੈ ਰਮਨ ਜੀ, ਬਹੁਤ ਬਹੁਤ ਧੰਨਵਾਦ।